Hello everyone, my name is Indrajit Singh Soul and today we will be discussing about a template that can actually be used most of the time and ਇਹ ਟੈਂਪਲੇਟ ਜਿਹੜਾ ਪਾਰਸ਼ਲੀ ਐਗਰੀ ਵਾਲਾ ਤੁਹਾਨੂੰ ਐਸੇ ਹੁੰਦਾ ਜਿਹਦੇ ਵਿੱਚ ਤੁਸੀਂ ਬੇਸਿਕਲੀ ਦੋਨਾਂ ਸਾਈਡ ਜਿਹੜੀ ਹੈ ਉਹਦੇ ਉੱਤੇ ਆਪਣੀ ਵਿਊਜ਼ ਜਿਹੜੇ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਹੋ ਕਿ ਲਾਈਕ ਇਨ BP1 you are talking about one side of the argument and in the other side talking about the rest of the part. So ਉਸ ਕੇਸ ਦੇ ਵਿੱਚ this template is very effective and it will save a lot of your time ਜਦੋਂ ਬੇਸਿਕਲੀ ਤੁਸੀਂ ਪੇਪਰ ਦੇ ਵਿੱਚ ਇਹ ਟੈਂਪਲੇਟ ਯਾਦ ਕਰਕੇ ਜਾਂਦੇ ਹੋ ਐਂਡ ਇਹਨੂੰ ਇੰਟਰਪ੍ਰੈਟ ਕਰਦੇ ਹੋ ਤਾਂ ਉੱਥੇ ਤੁਹਾਡੇ ਕੋਲ ਐਸੇ ਜਿਹੜਾ ਆਇਲਸ ਦਾ ਇੱਕ ਐਸੇ ਹੁੰਦਾ ਉਹਦੇ ਵਿੱਚ ਤੁਹਾਨੂੰ ਬੇਸਿਕਲੀ ਲਗਭਗ 40 ਮਿੰਟਸ ਮਿਲਦੇ ਨੇ ਸੋ ਅਗਰ ਸਪੋਜ਼ ਇਹ ਟੈਂਪਲੇਟ ਤੁਸੀਂ ਯਾਦ ਕੀਤੀ ਹੋਈ ਹੈ ਤਾਂ ਇਟ ਵਿਲ ਸੇਵ ਅ ਲੋਟ ਆਫ ਯੋਰ ਟਾਈਮ without wasting any further time. Let's get into it and try to analyze. ਇਹ ਟੈਂਪਲੇਟ ਨੂੰ ਤੁਸੀਂ ਬੇਸਿਕਲੀ ਸਕਰੀਨ ਦੇ ਉੱਪਰ ਜਿਵੇਂ ਦੇਖ ਰਹੇ ਹੋ partially agree means basically you are talking about both the things like part 1 or part 2 or it could be the two-way argument. For example ਅਗਰ ਪੇਪਰ 'ਚ ਕੁਐਸਚਨ ਆ ਜਾਂਦਾ ਹੈ ਕਿ ਕਿਸੇ ਚੀਜ਼ ਨੂੰ ਕਰਨ ਦਾ ਕੋਈ ਇੱਕ ਤਰੀਕਾ ਹੈ ਤਾਂ ਤੁਸੀਂ ਕਹਿ ਸਕਦੇ ਹੋ no, at the same time I think there are other ways as well. ਸੋ ਉਸ ਕੇਸ ਦੇ ਵਿੱਚ ਵੀ ਤੁਸੀਂ ਯੂਟਿਲਾਈਜ਼ ਕਰ ਸਕਦੇ ਹੋ ਰਾਈਟ. ਵਰਡਿੰਗ ਬਹੁਤ ਸਿੰਪਲ ਆ, ਆਰਾਮ ਦੇ ਨਾਲ 2-3 ਵਾਰੀ ਪ੍ਰੈਕਟਿਸ ਕਰਨ ਤੋਂ ਬਾਅਦ ਯੂ ਕੈਨ ਲਰਨ ਇਟ. ਸਭ ਤੋਂ ਪਹਿਲਾਂ ਇੰਟਰੋਡਕਸ਼ਨ ਨੂੰ ਐਨਾਲਾਈਜ਼ ਕਰਦੇ ਹਾਂ. ਜਿੱਦਾਂ ਫॉर ਐਗਜ਼ਾਮਪਲ ਇੱਥੇ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ ਕਿ these days it is considered by some that ਅੱਗੇ ਕਾਮਨ ਲਾਈਨ ਲਿਖਣੀ ਆ ਜੋ ਵੀ ਟੌਪਿਕ ਦੇ ਵਿੱਚ ਮਤਲਬ ਜੋ ਉੱਪਰ ਸਟੇਟਮੈਂਟ ਆਈ ਹੈ ਉਹਦੀ ਕਾਮਨ ਲਾਈਨ ਤੁਸੀਂ ਬਣਾ ਕੇ ਲਿਖਣੀ ਆ. ਹੁਣ ਆ ਜਿਹੜੀ ਅੱਗੇ ਥੀਸਿਸ ਲਾਈਨ ਲਿਖੀ ਆ ਇਹ ਮੋਸਟ ਆਫ ਦਾ ਟਾਈਮ ਜਿਹੜੀ ਆ ਪ੍ਰੋਬਲਮੈਟਿਕ ਹੁੰਦੀ ਆ ਸਟੂਡੈਂਟਸ ਵਾਸਤੇ. ਤੁਸੀਂ ਇੱਥੇ ਲਿਖ ਸਕਦੇ ਹੋ although I tend to accept that first side ਜੋ ਵੀ ਉੱਪਰ ਉੱਥੇ ਦਿੱਤੀ ਹੋਈ ਆ and however indeed to my mind it is also convincing that this is side 2 ਜਿਹੜੀ ਉੱਥੇ ਦੂਸਰੀ ਸਾਈਡ ਨੂੰ ਤੁਸੀਂ ਦੇਖ ਰਹੇ ਹੋ ਕਿ ਨਹੀਂ ਮੈਨੂੰ ਲੱਗ ਰਿਹਾ ਕਿ ਇਸ ਚੀਜ਼ ਦੇ ਪੋਜ਼ਿਟਿਵ ਵੀ ਹੈਗੇ ਆ ਜਾਂ ਨੈਗੇਟਿਵ ਵੀ ਹੈਗੇ ਆ. ਸੋ ਆਬਵੀਅਸਲੀ ਯੂ ਵੁੱਡ ਬੀ ਪੁਟਿੰਗ ਦੀ ਸਾਈਡ 2 ਰਾਈਟ. Next, for example, on the one hand there are number of strong arguments in favor of as to why. ਫਸਟ ਆਪਾਂ ਜਿਹੜੀ ਇੱਕ ਜਨਰਲ ਲਾਈਨ ਲਿਖਣੀ ਹੁੰਦੀ ਆ ਇਹਦੇ ਵਿੱਚ ਤੁਸੀਂ ਆਪਣਾ ਓਪੀਨੀਅਨ ਜੋ ਫਸਟ ਸਾਈਡ ਦਾ ਓਪੀਨੀਅਨ ਆ ਇਹਨੂੰ ਡਿਫਰੈਂਟ ਵਰਡਸ ਲਿਖੋ, ਮਤਲਬ ਕੋਸ਼ਿਸ਼ ਕਰੋਗੇ ਥੋੜਾ ਜਿਹਾ ਪੈਰਾਫਰੇਜ਼ਿੰਗ ਕਰ ਦਿਓ ਰਾਦਰ ਦੈਨ ਐਵਰੀ ਟਾਈਮ ਯੂਜ਼ਿੰਗ ਦੀ ਸੇਮ ਸਟਰਕਚਰ ਯੂ ਕੈਨ ਐਕਚੁਅਲੀ ਪੁਟ ਇਟ. ਠੀਕ ਹੈ. The first and perhaps the most significant one is ਇੱਥੇ ਤੁਸੀਂ ਆਪਣਾ first reason ਦੇਣਾ ਹੈ. Then for instance to be more precise at the moment ਇੱਥੇ ਕੋਈ example ਦੇ ਦਿਓ right. In addition to it reason 2 ਇੱਥੇ ਦੇਣਾ ਹੈ ਤੁਸੀਂ ਆਪਣਾ ਜੀ. Then to make it more clear ਇੱਥੇ ਆਪਣੀ explanation ਦੇ ਦੇਣੀ ਹੈ reason 2 ਦੀ and result ਕੱਢਣਾ ਹੈ thus it can be deduced that. ਇੱਥੇ ਤੁਸੀਂ result ਲਿਖ ਦੇਣਾ ਹੈ. ਇਹ ਹੋ ਗਿਆ ਆਪਣਾ introduction and body paragraph 1. Now let's talk about body paragraph 2 and conclusion. In paradox to this means in contrast to this ਆਪਾਂ ਗੱਲ ਕਰ ਰਹੇ ਹਾਂ. It is also important to consider that ਇਹਦੇ ਵਿੱਚ ਤੁਸੀਂ ਆਪਣਾ opposite view ਲਿਖਣਾ ਜੋ ਵੀ ਤੁਸੀਂ ਇੰਟਰਪ੍ਰੈਟ ਕੀਤਾ ਸੀ and the primary reason for this assertion is that ਇਹਦੇ ਵਿੱਚ ਤੁਸੀਂ opposite view ਜਿਹੜਾ ਹੈ reason 1 ਉਹਦਾ opposite view ਦਾ reason 1 ਕਿਉਂ ਤੁਸੀਂ ਇਦਾਂ ਕਹਿ ਰਹੇ ਹੋ ਉਹਨੂੰ ਲਿਖਣਾ. In other words opposite reason in different words not only dash ਇਹਦੇ positive ਜਾਂ negative effect but also ਇਹ ਆਪਾਂ ਥੋੜਾ complex ਬਣਾਉਣ ਦੀ ਕੋਸ਼ਿਸ਼ ਕੀਤੀ ਹੈ. ਠੀਕ ਹੈ. In conjunction to this ਇਹਦੇ ਨਾਲ a further point is that opposite view ਦਾ reason 2 ਲਿਖਣਾ. We can say beyond any doubt that explanation reason 2. ਠੀਕ ਹੈ. ਮਤਲਬ ਜੋ ਵੀ explanation ਤੁਸੀਂ reason 2 ਦੀ ਦੇਣੀ ਹੋ ਇੱਥੇ ਦੇ ਸਕਦੇ ਹੋ. Hence it could be argued that ਇੱਥੇ result ਲਿਖਣਾ ਹੈ. ਉਸ ਤੋਂ ਬਾਅਦ ਤੁਸੀਂ conclude ਕਰਨਾ ਹੈ. To conclude while I believe that side 1 and yet side 2 are based on the arguments cited above. ਹੁਣ ਆਈ ਥਿੰਕ ਤੁਹਾਨੂੰ ਕਈਆਂ ਨੂੰ ਤਾਂ ਸਮਝ ਆ ਗਈ ਹੋਣੀ ਹੈ ਕਿ ਇਹਨੂੰ ਆਪਾਂ ਕਿੱਦਾਂ ਯੂਟਿਲਾਈਜ਼ ਕਰਨਾ ਜਿਹੜੇ ਆਲਰੇਡੀ ਐਗਜ਼ਾਮ ਕਰਨ ਦੇ ਆ ਜਾਂ ਉਹਨਾਂ ਨੇ 1-2 ਵਾਰੀ ਪੇਪਰ ਦਿੱਤਾ ਹੋਇਆ ਹੈ. ਬਟ ਦੇਰ ਆਰ ਮੈਨੀ ਸਟੂਡੈਂਟਸ ਆਊਟ ਦੇਅਰ ਲਾਈਕ ਹੂ ਡਿਡ ਨਾਟ ਹੈਵ ਟੇਕਨ ਦਿਸ IELTS ਐਗਜ਼ਾਮੀਨੇਸ਼ਨ ਸੋ ਦੇ ਡੋਂਟ ਐਕਚੁਅਲੀ ਗੈਟ ਇਟ. ਤਾਂ ਤੁਹਾਨੂੰ ਥੋੜ੍ਹਾ ਸਮਝਾਉਣ ਵਾਸਤੇ ਨੀਚੇ ਮੈਂ ਇੱਕ ਜਿਹੜਾ ਐਸੇ ਦੀ ਐਗਜ਼ਾਮਪਲ ਲੈ ਕੇ ਇਹਨੂੰ ਸਮਝਾਇਆ. ਸੋ ਯੂ ਕੈਨ ਟੇਕ ਦੀ ਸਕਰੀਨਸ਼ਾਟਸ ਰਾਈਟ. ਓਕੇ. ਸੋ ਅੱਜ ਜਿਹੜਾ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਉਹ ਟੌਪਿਕ ਹੈਗਾ ਟ੍ਰੈਫਿਕ ਐਂਡ ਹਾਊਸਿੰਗ ਪ੍ਰੋਬਲਮ ਇਨ ਮੇਜਰ ਸਿਟੀਜ਼ could be solved by moving large companies and factories and their employees to countryside. To what extent do you agree or disagree with this opinion? ਸੋ ਇਹਦੇ ਵਿੱਚ ਆਪਾਂ ਦੇਖੋ ਟੂ ਵਾਟ ਐਕਸਟੈਂਟ ਆ ਗਿਆ ਮਤਲਬ ਜਾਣ ਨੂੰ ਤਾਂ ਜਦੋਂ ਟੂ ਵਾਟ ਐਕਸਟੈਂਟ ਐਸੇ ਆਇਆ ਹੁੰਦਾ ਉਹਦੇ ਵਿੱਚ ਤੁਸੀਂ ਟੋਟਲੀ ਐਗਰੀ ਵੀ ਕਰ ਸਕਦੇ ਹੋ, ਟੋਟਲੀ ਡਿਸਐਗਰੀ ਵੀ ਕਰ ਸਕਦੇ ਹੋ, ਪਾਰਸ਼ਲੀ ਐਗਰੀ ਕਰ ਸਕਦੇ ਹੋ. ਬਟ ਸਿੰਸ ਵੀ ਆਰ ਅਟੈਂਪਟਿੰਗ ਦਿਸ ਟਾਸਕ ਇਨ ਪਰਸਪੈਕਟਿਵ ਟੂ ਪਾਰਸ਼ਲੀ ਐਗਰੀ ਵਾਲਾ ਟੈਂਪਲੇਟ ਸੋ ਦੈਟਸ ਵਾਈ ਵੀ ਆਰ ਬੇਸਿਕਲੀ ਗੋਇੰਗ ਟੂ ਪਾਰਟਲੀ ਐਗਰੀ ਵਿਦ ਵਟ ਐਵਰ ਇਟ ਇਜ਼ ਬੀਇੰਗ ਗਿਵਨ ਇਨ ਦਿਸ ਸਟੇਟਮੈਂਟ ਰਾਈਟ. ਸੋ ਆਪਾਂ ਕੀ ਹੈ ਇਸ ਸਟੇਟਮੈਂਟ ਨੂੰ ਐਨਾਲਾਈਜ਼ ਕਰ ਲਿਆ. ਫਿਰ ਉਸ ਤੋਂ ਬਾਅਦ ਆਪਾਂ ਲਿਖਿਆ ਕਿ ਦੇਖਣ ਤੋਂ ਬਾਅਦ ਕਿ ਦੇਖੋ ਅੱਜ ਦੇ ਟੌਪਿਕ ਦੇ ਵਿੱਚ ਤੁਹਾਨੂੰ 2 ਚੀਜ਼ਾਂ ਦਿਖ ਲਈਆਂ ਕਿ ਇੱਕ ਟ੍ਰੈਫਿਕ ਐਂਡ ਹਾਊਸਿੰਗ ਪ੍ਰੋਬਲਮ ਦੀ ਗੱਲ ਕਰਨੀ ਹੈ
ਐਂਡ ਉਹਨਾਂ ਨੇ ਕੀ ਬੋਲਿਆ ਹੈ ਕਿ ਲਾਰਜ ਕੰਪਨੀ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਫੈਕਟਰੀਜ਼ ਨੇ ਉਹਨਾਂ ਨੂੰ ਅਗਰ ਆਪਾਂ ਮੂਵ ਕਰ ਦਿੰਦੇ ਆ ਸਿਟੀ ਤੋਂ ਬਾਹਰ ਮਤਲਬ ਅਰਬਨ ਏਰੀਆ ਤੋਂ ਬਾਹਰ ਲੈ ਜਾਂਦੇ ਆ ਤਾਂ ਕੀ ਹੁੰਦਾ ਹੈ ਇਹਦੇ ਨਾਲ ਬਹੁਤ ਸਾਰੀ ਜਿਹੜੀ ਆ ਪ੍ਰੋਬਲਮ ਜਿਹੜੀ ਟ੍ਰੈਫਿਕ ਦੀ ਹੈ ਔਰ ਹਾਊਸਿੰਗ ਦੀ ਪ੍ਰੋਬਲਮ ਸਿਟੀਜ਼ ਦੇ ਵਿੱਚ ਆ ਇਟ ਕੁਡ ਬੀ ਰਿਜ਼ੋਲਵਡ। ਤਾਂ ਕਈ ਬੱਚੇ ਕੀ ਕਰਦੇ ਆ ਪੇਪਰ ਦੇ ਵਿੱਚ ਇਕੱਲਾ ਟ੍ਰੈਫਿਕ ਬਾਰੇ ਲੈ ਕੇ ਆ ਜਾਂਦੇ ਆ ਜਾਂ ਇਕੱਲੇ ਹਾਊਸਿੰਗ ਬਾਰੇ ਲੈ ਕੇ ਆ ਜਾਂਦੇ ਆ ਕਿ ਇਹ ਪ੍ਰੋਬਲਮ ਖਤਮ ਹੋ ਜਾਏਗੀ ਬਟ ਇਟ ਇਜ਼ ਨਾਟ ਦ ਰਾਈਟ ਅਪਰੋਚ। What you basically need to do, you just need to first analyze the statement. After analyzing the statement, you should put your points in both the ways. Like basically there are two elements in the task, that is traffic and housing. So it is always recommended that you should go with that, like rather than putting your views on only one thing, right? Okay, so ਕੀ ਲਿਖਿਆ ਹੋਇਆ ਹੈ ਕਿ these days it is considered by some that shifting big conglomerates means companies ਦੀ ਗੱਲ ਹੋ ਰਹੀ ਹੈ and factories outside the urban area would be a positive way to curb the traffic problem or traffic congestion and inadequate space for living. ਸੀ ਹੁਣ ਜਿਹੜਾ ਇਹ ਬਲੂ ਕਲਰ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਇਟ ਇਜ਼ ਸਮਥਿੰਗ ਜਿਹੜੀ ਆਪਾਂ ਟੈਂਪਲੇਟ ਯਾਦ ਕੀਤੀ ਹੈ ਉਹਦੇ ਵਿੱਚੋਂ ਉਸ ਤੋਂ ਬਾਅਦ ਜਿਹੜੇ ਆਪਾਂ ਰਾਦਰ ਆਪਣੀਆਂ ਲਾਈਨਸ ਜਿਹੜੀਆਂ ਨੇ ਇਹ ਲਿਖੀਆਂ ਹੋਈਆਂ ਨੇ ਜਿਹੜੇ ਬਲੂ ਦੇ ਵਿੱਚ ਦਿਖਾ ਰਹੀਆਂ ਨੇ ਜਿਹੜਾ ਬਲੈਕ ਕਲਰ ਦੇ ਵਿੱਚ ਦੈਟ ਇਜ਼ ਐਜ਼ ਇਟ ਇਜ਼ ਕਿਉਂਕਿ ਇਹ ਚੀਜ਼ਾਂ ਹੀ ਨੇ ਜਿਹੜੀਆਂ ਤੁਹਾਨੂੰ ਉੱਥੇ ਪਲੈਨਿੰਗ ਕਰਨ ਦੇ ਵਿੱਚ ਟਾਈਮ ਲੱਗਦਾ ਹੈ ਕਿ ਮੈਂ ਹੁਣ ਕਿਹੜੀ ਚੀਜ਼ ਆ ਉਹਨੂੰ ਇੰਟਰਪ੍ਰੈਟ ਕਰਕੇ ਕਿੱਦਾਂ ਲਿਖਾਂ rather than just going it in a random way एक right approach ਹੁੰਦੀ ਹੈ ਕਿਸੇ ਵੀ ਐਸੇ ਨੂੰ ਪ੍ਰੋਸੀਡ ਕਰਨ ਦੀ। ਹੁਣ ਆਪਾਂ ਲਿਖਿਆ ਕਿ although I tend to accept that such transition would solve the problem in short term, however indeed to my mind it is also convincing that it is an impractical idea ਕਿ ਮੈਨੂੰ ਲੱਗ ਰਿਹਾ ਹੈ ਕਿ ਇਹ impractical idea। ਸੋ ਬੇਸਿਕਲੀ ਆਪਾਂ ਦੋਨੋਂ ਸਾਈਡਾਂ ਦੇ ਦਿੱਤੀਆਂ। ਪਹਿਲੀ 'ਚ ਮੈਂ ਕਹਿਤਾ ਕਿ ਮੈਨੂੰ ਲੱਗਦਾ ਇਹ ਸ਼ਾਰਟ ਟਰਮ ਦੇ ਵਿੱਚ ਇਸ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਠੀਕ ਹੈ ਜੇ ਇੱਕ ਵਾਰੀ ਤੁਸੀਂ ਕੰਪਨੀਜ਼ ਮੂਵ ਕਰਤੀਆਂ ਤਾਂ ਯੈਸ ਵੀ ਹੈਵ ਬੀਨ ਏਬਲ ਟੂ ਰਿਜ਼ੋਲਵ ਦ ਪ੍ਰੋਬਲਮ ਟੂ ਸਮ ਐਕਸਟੈਂਟ ਬਟ ਮੈਨੂੰ ਲੱਗਦਾ ਹੈ ਕਿ ਰਿਐਲਿਟੀ ਦੇ ਵਿੱਚ ਅਗਰ ਆਪਾਂ ਇਸ ਚੀਜ਼ ਨੂੰ ਲੈ ਕੇ ਆਉਣਾ ਤਾਂ ਇਟ ਇਜ਼ ਸਮਥਿੰਗ ਵਿਚ ਇਜ਼ ਨਾਟ ਸੋ ਮਚ ਕਨਵਿੰਸਿੰਗ ਰਾਈਟ। ਹੁਣ ਫਸਟ ਦੇ ਵਿੱਚ ਮੈਂ ਉਹੀ ਗੱਲ ਕਰਾਂਗਾ ਜਿਹਦੇ 'ਚ ਆਪਾਂ ਇਹ ਲਿਖਿਆ ਹੈ ਕਿ ਯੈਸ ਮੈਨੂੰ ਲੱਗ ਰਿਹਾ ਕਿ ਇਹ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ ਆਪਣੀ ਹੈਲਪ ਕਰ ਸਕਦਾ ਹੈ। ਓਕੇ ਸੋ ਆਪਾਂ ਹੁਣ ਉਹਦੀ ਗੱਲ ਕੀਤੀ ਹੈ ਉਹਦੇ ਵਿੱਚ ਆਪਾਂ ਕੀ ਲਿਖਾਂਗੇ ਕਿ ਔਨ ਦੀ ਵਨ ਹੈਂਡ ਦੇਅਰ ਆਰ ਨੰਬਰ ਆਫ ਸਟਰੋਂਗ ਆਰਗੂਮੈਂਟ ਇਨ ਫੇਵਰ ਐਸ ਟੂ ਵਾਈ ਦਿਸ ਸ਼ਿਫਟ ਵੁੱਡ ਬੀ ਅ ਪ੍ਰੈਗਮੈਟਿਕ ਅਪਰੋਚ। ਹੁਣ ਜਿਹੜਾ ਰੈੱਡ ਕਲਰ ਜਿੰਨੇ ਤੁਹਾਨੂੰ ਦਿਖ ਰਿਹਾ ਥੀਸ ਆਰ ਦ ਥਿੰਗਸ ਦੈਟ ਵੀ ਹੈਵ ਇਨਕਲੂਡਡ ਬਾਈ ਆਵਰ ਸੈਲਫ ਲਾਈਕ ਇਹ ਆਪਾਂ ਖੁਦ ਪੇਪਰ 'ਚ ਲਿਖਣਾ ਹੈ ਠੀਕ ਹੈ। ਜਿਹੜੇ ਸਟੂਡੈਂਟ ਨਵੇਂ ਆ ਉਹਨਾਂ ਵਾਸਤੇ ਹੈ ਕਿ ਲਾਈਕ ਯੂ ਹੈਵ ਟੂ ਰਾਈਟ ਇਟ ਬਾਈ ਯੂਅਰ ਸੈਲਫ ਰਾਦਰ ਦੈਨ ਕਿ ਐਗਜ਼ਾਮੀਨਰ ਲਿਖ ਕੇ ਦੇਵੇ। The first and perhaps the most significant one is moving factory from the urban area to the countryside will automatically shift the traffic away from cities, especially during the VRs. VRs ਉਹ hours ਹੁੰਦੇ ਆ ਜਦੋਂ basically ਲੋਕ ਕੰਮ ਤੇ ਜਾਂਦੇ ਆ ਕੰਮ ਤੋਂ ਵਾਪਸ ਆਉਂਦੇ ਆ। ਸੋ ਉਹਦੇ ਬਾਰੇ ਆਪਾਂ ਅਪਰੋਚ ਲਿਖੀਏ ਕਿ ਉਹਦੇ ਉਸ ਟਾਈਮ ਦੇ ਵਿੱਚ ਇਹ ਪ੍ਰੋਬਲਮ ਨੂੰ ਕਾਫੀ ਮੋਸਟਲੀ ਕੀ ਹੈ ਜੇ ਸਪੋਜ਼ ਆਪਾਂ ਮੂਵੀ ਫੈਕਟਰੀਜ਼ ਜਿੱਥੇ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਬਾਹਰ ਸ਼ਿਫਟ ਕਰ ਦਿੰਦੇ ਆ ਤਾਂ ਆਟੋਮੈਟਿਕਲੀ ਉੱਥੇ ਕੰਮ ਕਰਨ ਵਾਲੇ ਲੋਕ ਵੀ ਉੱਧਰ ਨੂੰ ਟ੍ਰੈਫਿਕ ਨੂੰ ਸ਼ਿਫਟ ਕਰ ਦਾਂਗੇ ਆਪਾਂ ਰਾਈਟ। ਸੋ ਟੂ ਬੀ ਪ੍ਰੀਸਾਈਜ਼ ਐਟ ਦ ਮੂਮੈਂਟ ਕੀ ਹੈ ਕਹਿੰਦੇ ਸੀ ਰਿਸਰਚ ਫਾਈਂਡਿੰਗ ਸ਼ੋ ਡੈਟ 70% ਜਿਹੜਾ ਟ੍ਰੈਫਿਕ ਆ ਕੰਪਰਾਈਜ਼ਡ ਆਫ ਦੀ ਇੰਪਲੋਇਜ਼ ਵਰਕਿੰਗ ਇਨ ਕੰਪਨੀਜ਼ in various companies and factories ਕਿਉਂਕਿ ਮੋਸਟਲੀ ਜਿਹੜੇ ਟ੍ਰੈਫਿਕ ਜ਼ਿਆਦਾ ਹੁੰਦਾ ਉਹਦਾ ਰੀਜ਼ਨ ਇਹੀ ਹੁੰਦਾ ਹੈ ਕਿ ਲੋਕ ਜਿਹੜੀਆਂ ਵੱਖਰੇ ਵੱਖਰੇ ਕੰਪਨੀਜ਼ ਐਂਡ ਫੈਕਟਰੀਜ਼ ਵਿੱਚ ਜੌਬ ਕਰ ਰਹੇ ਨੇ। In addition ਆਪਾਂ ਲਿਖਿਆ ਕਿ having less space occupied by factory means more space for housing which will ultimately be used for accommodation। ਇਹਨੂੰ ਆਪਾਂ accommodation ਵਾਸਤੇ ਵੀ ਯੂਜ਼ ਕਰ ਸਕਦੇ ਹਾਂ। And ਆਪਾਂ ਲਿਖਿਆ ਹੋਇਆ ਕਿ to make it more clear when companies will be shifted to the countryside people working there are likely to find accommodation over there only and leaving more option of housing for city dweller। ਕਹਿੰਦੇ ਜੇ ਸਪੋਜ਼ ਆਪਾਂ ਕੀ ਕੀਤਾ ਹੈ ਮੋਸਟ ਆਫ ਦੀ ਜਿਹੜੀ ਕੰਪਨੀਜ਼ ਨੇ ਉਹਨਾਂ ਨੂੰ ਬਾਹਰ ਮੂਵ ਕਰ ਦਿੰਦੇ ਆ ਤਾਂ ਉਹਦੇ ਨਾਲ ਹਾਊਸਿੰਗ ਦੀ ਪ੍ਰੋਬਲਮ ਕਿਉਂਕਿ ਪਹਿਲਾਂ ਆਪਾਂ ਗੱਲ ਕੀਤੀ ਟ੍ਰੈਫਿਕ ਕਿਉਂਕਿ ਵੀਆਰਸ ਨੂੰ ਮੋਸਟਲੀ ਲੋਕ ਉਹੀ ਟਰੈਵਲ ਕਰਦੇ ਨੇ ਜਿਹੜੇ ਕੰਪਨੀਜ਼ ਦੇ ਵਿੱਚ ਵਰਕ ਕਰਦੇ ਨੇ ਉਹਦੀ ਪ੍ਰੋਬਲਮ ਖਤਮ ਕਰ ਲਾਂਗੇ। ਸੈਕਿੰਡ ਆਪਾਂ ਹਾਊਸਿੰਗ ਦੀ ਪ੍ਰੋਬਲਮ ਵੀ ਕਰ ਸਕਦੇ ਹਾਂ ਕਿਉਂਕਿ ਦੇਖੋ ਹੁਣ ਜਿਹੜੇ ਹਾਊਸਿੰਗ ਮੋਸਟਲੀ ਜਿਹੜੇ ਲੋਕ ਉੱਥੇ ਰਹਿ ਰਹੇ ਹੋਣਗੇ ਹੁਣ ਕੋਸ਼ਿਸ਼ ਕਰਨਗੇ ਉੱਥੇ ਲਾਗੇ ਬੰਨੇ ਜਿਹੜਾ ਰਹਿਣ ਜਿੱਥੇ ਉਹਨਾਂ ਦੀਆਂ ਕੰਪਨੀਜ਼ ਲੋਕੇਟਡ ਹੋਣਗੀਆਂ। ਸੋ ਇਹਦੇ ਨਾਲ ਕੀ ਹੋਏਗਾ ਸਿਟੀ ਦੇ ਵਿੱਚ ਜਿਹੜੇ ਲੋਕ ਉਹਨਾਂ ਨੂੰ ਸਪੇਸ ਮਿਲ ਜਾਏਗੀ ਮੋਰ ਫॉर ਅਕੋਮੋਡੇਸ਼ਨ। So thus it can be deduced that such idea can solve the problem of traffic and housing to a large extent। So ਇੱਕ ਸਾਈਡ ਨਾਲ ਐਗਰੀ ਕਰਦੇ ਹਾਂ ਕਿਉਂਕਿ ਆਪਾਂ ਪਾਰਸ਼ਲੀ ਐਗਰੀ ਕਰ ਚੁੱਕੇ ਸੀ ਰਾਈਟ। ਹੁਣ ਆਪਾਂ ਦੂਜੀ ਸਾਈਡ ਦੀ ਗੱਲ ਕਰਦੇ ਹਾਂ ਕਿਉਂ ਮੈਨੂੰ ਲੱਗਦਾ ਹੈ ਕਿ ਪ੍ਰੈਕਟੀਕਲ ਆਈਡੀਆ ਨਹੀਂ ਹੈ। ਕਹਿੰਦੇ ਕਿ in paradox to this it is also important to consider that this step is not necessarily be a practical idea owing to these downside which can never be overlooked ਕਿਉਂਕਿ ਕੋਈ downsides ਵੀ ਹੈਗੀਆਂ ਜੇ ਆਪਾਂ ਇੱਦਾਂ ਫੈਕਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਸ਼ਿਫਟ ਕਰਾਂਗੇ ਤਾਂ ਵੀ ਹੈਵ ਮੈਨੀ ਡਾਊਨ ਸਾਈਡਸ। ਉਹ ਕਿਹੜੀਆਂ ਡਾਊਨ ਸਾਈਡਸ ਨੇ ਉਹਨਾਂ ਨੂੰ ਆਪਾਂ ਅੱਗੇ ਡਿਸਕਸ ਕਰਦੇ ਹਾਂ।
ਕਹਿੰਦੇ ਪ੍ਰਾਇਮਰੀ ਰੀਜ਼ਨ ਇਜ਼ ਫॉर ਦਿਸ ਅਸਰਸ਼ਨ ਇਜ਼ ਦੈਟ ਇਟ ਵਿਲ ਰਿਜ਼ਲਟ ਇਨਟੂ ਕੋਲੈਪਸ ਆਫ ਮੈਨੀ, ਬਹੁਤ ਸਾਰੀਆਂ ਕੰਪਨੀਆਂ ਖਤਮ ਹੋ ਜਾਣਗੀਆਂ। ਕਿੱਦਾਂ? ਕਹਿੰਦੇ ਇਨ ਅਦਰ ਵਰਡਸ ਬਿਗ ਕੰਪਨੀਜ਼ ਰਿਲਾਈ ਔਨ ਸਿਟੀਜ਼ ਰਿਲਾਈ ਕਰਦੀਆਂ ਨੇ ਨਾਟ ਓਨਲੀ ਫॉर ਮੈਨ ਪਾਵਰ। ਦੇਖੋ ਨਾਟ ਓਨਲੀ ਤੇ ਬਟ ਆਲਸੋ ਟੈਂਪਲੇਟ ਦੇ ਵਿੱਚ ਵੀ ਇਦਾਂ ਦਿੱਤਾ ਹੋਇਆ ਸੀ, ਠੀਕ ਹੈ, ਉਹਨੂੰ ਮੈਂ ਯੂਟਿਲਾਈਜ਼ ਕਰਕੇ ਤੁਹਾਨੂੰ ਦਿਖਾਤਾ ਹੈ। and for various resources which are mostly based in urban cities, ठीक है, okay, in conjunction to this ਕਹਿੰਦੇ ਇਹਦੇ ਨਾਲ a further point is that this whole idea is impractical taking into the account the preparedness, you know, ਕਿੰਨੀ ਤਿਆਰੀ ਕਰਨੀ ਪਊਗੀ ਇਸ particular ਜਿਹੜੀ ਚੀਜ਼ ਆ ਉਹਨੂੰ actually practical terms ਦੇ ਵਿੱਚ ਲੈ ਕੇ ਆਉਣ 'ਚ we have to do a lot of work, so I think it is not a practical idea at all. So we can say beyond any doubt that the government has to invest heavily to make this shift, which will put extra onus, ਹੋਰ ਭਾਰ ਪਾਵੇਗਾ ਗਵਰਨਮੈਂਟ ਦੇ ਉੱਪਰ as the paperwork has to be done. So there will be, you know, many glitches in the work, there will be many uncertainties, there are many ਪੇਪਰ ਵਰਕਸ ਦੈਟ ਨੀਡਸ ਟੂ ਬੀ ਡਨ, ਕਿਉਂਕਿ ਇੱਦਾਂ ਤਾਂ ਨਹੀਂ ਹੋ ਜਾਂਦਾ ਨਾ ਕਿ ਇੱਕ ਕੰਪਨੀ ਚੁੱਕ ਕੇ ਦੂਸਰੀ ਜਗ੍ਹਾ 'ਤੇ ਸ਼ਿਫਟ ਕਰ ਦਿੱਤਾ ਜਾਂਦਾ। ਦੇਰ ਆਰ ਮੈਨੀ ਥਿੰਗਸ, ਦੇਰ ਆਰ ਮੈਨੀ ਕਲੀਅਰੈਂਸ ਸਰਟੀਫਿਕੇਟਸ ਦੈਟ ਨੀਡਸ ਟੂ ਬੀ ਡਨ। ਸੋ ਕਹਿੰਦੇ ਕਿ ਇਹਦੇ ਨਾਲ ਕੀ ਹੋਊਗਾ, ਇਟ ਕੁਡ ਬੀ ਆਰਗਿਊ ਦੈਟ ਦੀ ਰਿਜ਼ਲਟ ਆਫ ਦਿਸ ਅਪਰੋਚ ਆਰ ਕਾਊਂਟਰ ਪ੍ਰੋਡਕਟਿਵ। ਤਾਂ ਮੈਨੂੰ ਲੱਗ ਰਿਹਾ ਕਿ ਇਹ ਰਿਜ਼ਲਟ ਜਿਹੜੇ ਨੇ ਇਹਦੇ ਕਾਊਂਟਰ ਪ੍ਰੋਡਕਟਿਵ ਹੋ ਸਕਦੇ ਨੇ। To conclude, while I believe that ਕਹਿੰਦੇ ਕਿ I believe that shifting companies and factories away from the city is a viable option, yet ਮੈਨੂੰ ਲੱਗ ਰਿਹਾ ਕਿ on practical term it is not logical based on the arguments cited above. I think guys you must have noticed that actually ਜਿੱਦਾਂ ਟੈਂਪਲੇਟ ਮੈਂ ਤੁਹਾਨੂੰ ਕਰਵਾਈ ਸੀ ਉਹਨੂੰ as it is ਯੂਟਿਲਾਈਜ਼ ਕੀਤਾ ਹੈ। there are many templates out there, ਮੈਂ ਸਾਰੀਆਂ ਟੈਂਪਲੇਟਸ ਦੇ ਉੱਪਰ ਜਿਹੜੀ ਵੀਡੀਓ ਆਪਣੇ ਚੈਨਲ ਦੇ ਉੱਪਰ ਬਣਾ ਚੁੱਕਿਆ ਹੈ, ਤੁਸੀਂ ਉਹ ਟੈਂਪਲੇਟਸ ਜਿਹੜੀਆਂ ਨੇ ਉਹਨਾਂ ਨੂੰ ਫੋਲੋ ਅਪ ਕਰ ਸਕਦੇ ਨੇ, ਕਿਉਂਕਿ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਨੇ ਮੇਰੇ ਉਹਨਾਂ ਦੇ 6+ bands by using these templates easily ਆ ਰੱਖੇ ਨੇ, ਠੀਕ ਹੈ। अगर you want to aim for more, it totally depends on your vocabulary. I'm talking about only those students ਜਿਨ੍ਹਾਂ ਦੀ ਲਾਈਨਿੰਗ ਜਿਹੜਾ ਗ੍ਰਾਮਰ ਜਿਹੜੀ vocab ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। they just have used these lines, ਐਕਚੁਅਲੀ ਇੱਕ ਸਟਰਕਚਰ ਨੂੰ ਯੂ ਫੋਲੋ ਕੀਤਾ ਐਂਡ ਪੈਰਾਫਰੇਜ਼ਿੰਗ ਵਧੀਆ ਤਰੀਕੇ ਨਾਲ ਕੀਤੀ ਆ, BP ਵਧੀਆ ਤਰੀਕੇ ਨਾਲ ਬਣਾਏ ਨੇ, ਸੋ ਆਟੋਮੈਟਿਕਲੀ ਬੂਸਟ ਹੋਏ ਨੇ ਸਕੋਰ। ਅਗਰ ਤੁਸੀਂ ਵੀ ਇਹਨੂੰ ਟੈਂਪਲੇਟ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਹੋਮਵਰਕ ਟਾਸਕ ਮੈਂ ਤੁਹਾਡੇ ਵਾਸਤੇ ਦਿੱਤਾ ਹੋਇਆ ਹੈ। ਇਹ ਟਾਸਕ ਜਿਹੜੇ ਨੇ ਤੁਸੀਂ ਪੜ੍ਹ ਲਓ। Task है कि some people believe it is important for cities and towns to invest heavily in building large outdoor public spaces. To what extent do you agree or disagree? ਇਹਦੇ ਵਿੱਚ ਜਿਹੜਾ ਵੀ ਟਾਸਕ ਹੈ ਉਹਨੂੰ ਤੁਸੀਂ ਪਾਰਸ਼ਲੀ ਐਗਰੀ ਕਰੋ, ਠੀਕ ਹੈ। ਦੋਨੋਂ ਸਾਈਡਾਂ ਲਿਖੋ ਕਿ ਜਿੱਦਾਂ ਹੈਵਲੀ ਇਨਵੈਸਟ ਕਰਨਗੇ ਬਿਲਡਿੰਗ ਕਰਨ ਵਿੱਚ ਆਊਟਡੋਰ ਪਲੇਸਿਸ ਜਿਹੜੇ ਲੋਕਾਂ ਵਾਸਤੇ, ਤਾਂ ਉਹਦੇ ਕੀ ਬੈਨੀਫਿਟਸ ਹੋਣਗੇ, ਜਿੱਥੇ ਮੋਸਟਲੀ ਲੋਕ ਰੀਕ੍ਰੀਏਸ਼ਨਲ ਐਕਟੀਵਿਟੀਜ਼ ਵਗੈਰਾ ਕਰ ਸਕਦੇ ਆ, ਔਰ ਉਹਦੀਆਂ ਕੀ ਡਿਸਐਡਵਾਂਟੇਜਸ ਹੋਣਗੀਆਂ ਅਗਰ ਹੈਵਲੀ ਜਿਹੜੀ ਗਵਰਨਮੈਂਟ ਹੈ ਇਹਨਾਂ ਪ੍ਰੋਜੈਕਟਸ ਦੇ ਉੱਪਰ ਇਨਵੈਸਟ ਕਰਦੀ ਆ। ਬਹੁਤ ਈਜ਼ੀ ਤਰੀਕੇ ਨਾਲ ਤੁਸੀਂ ਯੂਟਿਲਾਈਜ਼ ਕਰਕੇ ਇਹਨੂੰ ਸਿੱਖ ਸਕਦੇ ਹੋ, ठीक है। एंड अगर तुहानू ये वीडियो वधिया लगी है तो आई वुड लाइक टू रिक्वेस्ट प्लीज़ सब्सक्राइब माई चैनल एंड वी आर बेसिकली मेकिंग मैनी वीडियोस रिलेटेड टू न्यू क्यू कार्ड्स, सो डू सब्सक्राइब, लाइक, शेयर एंड कमेंट।